ਅੱਜ ਬਹੁਤ ਵੱਡਾ ਮਾਣ ਮਹਿਸੂਸ ਹੋ ਰਿਹਾ, ਪ੍ਰਾਊਡ ਫੀਲ ਹੋ ਰਿਹਾ। ਜਤਿੰਦਰ ਭੱਲਾ ਜੀ ਜਿਹੜੇ ਸਰਕਾਰੀ ਸੇਵਾ ਦੇ ਵਿੱਚ ਸੀਗੇ, 16 ਸਾਲ ਦੀ ਸਰਕਾਰੀ ਨੌਕਰੀ ਛੱਡ ਕੇ ਅੱਜ ਪ੍ਰੀ ਮੈਚੁਰ ਸੇਵਾ ਮੁਕਤੀ ਲੈ ਲਈ। ਸਮੇਂ ਤੋਂ ਪਹਿਲਾਂ 16 ਸਾਲ ਪਹਿਲਾਂ ਕੰਪੇਅਰ ਕਰਕੇ ਦੇਖਦਾ, ਪੜ੍ਹੇ ਲਿਖੇ ਨੌਜਵਾਨ ਲੱਖਾਂ ਰੁਪਈਆ ਨੌਕਰੀ ਸਰਕਾਰੀ ਲੈਣ ਵਾਸਤੇ ਠੱਗਾਂ ਨੂੰ ਦਿੰਦੇ ਆ, ਬੇਈਮਾਨਾਂ ਨੂੰ ਦਿੰਦੇ ਆ, ਤੇ ਦੂਜੇ ਪਾਸੇ ਭੱਲਾ ਜੀ ਸਮਾਜ ਸੇਵਾ ਤੇ ਪੰਜਾਬ ਦੇ ਪੁੱਤ ਬਣ ਕੇ ਅੱਜ 16 ਸਾਲ ਬਚਦੀ ਨੌਕਰੀ ਨੂੰ ਛੱਡ ਕੇ ਲੋਕ ਇਨਸਾਫ ਪਾਰਟੀ ਦੇ ਵਿੱਚ ਸ਼ਾਮਲ ਹੋਏ। ਅੱਜ ਦੇ ਆਉਣ ਦਾ ਸਭ ਤੋਂ ਵੱਡਾ ਵਿਸ਼ੇਸ਼ ਮੈਂ ਕਹੂੰਗਾ ਕਾਰਨ ਇਹ ਸੀ, ਮੈਂ ਇਹਨਾਂ ਦੇ ਪਿੰਡ ਜਾ ਕੇ ਆ, ਲਾਮਿਸਾਲ ਲੋਕਾਂ ਦਾ ਇਕੱਠ ਪਿਆਰ ਦੇਣ ਵਾਸਤੇ ਪਹੁੰਚਿਆ। ਦੂਸਰਾ ਪਿੰਡ ਆਉਂਦੇ ਹੋਏ ਪੂਲੀ ਜਾ ਕੇ ਆਇਆ, ਜਿੱਥੇ 4 ਕਰੋੜ ਰੁਪਏ ਦੀ ਕੋਆਪਰੇਟਿਵ ਸੁਸਾਇਟੀ ਨੇ ਕਿਸਾਨਾਂ ਦੇ ਨਾਲ ਠੱਗੀ ਮਾਰੀ ਸੀ। ਉਹ ਠੱਗੀ ਅਟੈਚਮੈਂਟ ਆਰਡਰਸ ਕਰਾਏ, ਮੇਰੇ ਕੋਲੇ ਉਹ ਲੋਕ ਗਏ, ਜਗਮੋਹਨ ਜੀ ਲੈ ਕੇ ਆਏ ਉਹਨਾਂ ਨੂੰ ਮੇਰੇ ਕੋਲੇ। ਉਹ ਠੱਗੀ ਦੀ ਆਕਸ਼ਨ ਜਿਹੜੀ ਅਟੈਚਮੈਂਟ ਹੋ ਗਈ, ਆਕਸ਼ਨ ਹੋਣੀ ਹੈ। ਮੈਂ ਪਿੰਡ ਵਾਲਿਆਂ ਨੂੰ ਵੀ ਕਹਿ ਕੇ ਆਇਆ ਵੀ ਰਸਤੇ ਦੇ ਵਿੱਚ ਬਹੁਤ ਸਾਰੇ ਐਮਪੀ ਤੇ ਐਮਐਲਏ ਹੋਰ ਵੀ ਹੈਗੇ, ਕਿਸੇ ਕੋਲੇ ਇਸ ਪਾਸੇ ਤੁਰਨ ਦਾ ਜਿਗਰਾ ਕਿਉਂ ਨਹੀਂ ਗਾ? ਕਿਸੇ ਬੇਈਮਾਨ ਬਿਊਰੋਕਰੇਟ, ਬੇਈਮਾਨ ਅਫਸਰ ਦੇ ਵਿਰੁੱਧ ਤੁਰਨ ਦਾ ਜਿਗਰਾ ਕਿਉਂ ਨਹੀਂ ਰੱਖਦੇ? ਲੋਕ ਆਪਣੀ ਸ਼ਿਕਾਇਤ ਲੈ ਕੇ ਜਾਂਦੇ ਆ ਵੀ ਸਾਡੇ ਨਾਲ ਇੰਨੇ ਲੱਖ ਇੰਨੇ ਕਰੋੜ ਰੁਪਏ ਦੀ ਠੱਗੀ ਵੱਜ ਗਈ, ਤੇ ਉਹ ਸੋਚਦੇ ਯਾਰ ਇਹ ਅਫਸਰ ਤਾਂ ਮੇਰੇ ਪੁੱਤ ਦੇ ਵਿਆਹ ਦੇ ਵਿੱਚ ਬਹੁਤ ਵੱਡੀ ਗਿਫਟ ਦੇ ਕੇ ਗਿਆ ਸੀ, ਇਹ ਅਫਸਰ ਤਾਂ ਮੇਰੇ ਤਾਏ ਦਾ ਲਵਾਇਆ ਹੋਇਆ, ਇਹ ਅਫਸਰ ਤਾਂ ਫਲਾਨੀ ਮੈਂ ਰੈਲੀ ਦੇ ਵਿੱਚ 20 ਬੱਸਾਂ ਕਹੀਆਂ ਸੀ ਤੇ ਇਹਨੇ ਮੈਨੂੰ 20 ਬੱਸਾਂ ਦਿੱਤੀਆਂ ਸੀ। ਨਿੱਜੀ ਕਰਜ਼ਾਂ ਦੇ ਵਿੱਚ ਬੱਝੇ ਹੋਏ ਆ ਤੇ ਉਹ ਬੇਈਮਾਨ ਅਫਸਰਾਂ ਦੇ ਵਿਰੁੱਧ ਤੁਰ ਹੀ ਨਹੀਂ ਸਕਦੇ। ਤੇ ਮੈਨੂੰ ਅੱਜ ਇਸ ਗੱਲ ਦੀ ਵੀ ਵੱਡੀ ਖੁਸ਼ੀ ਆ, ਫਰੀਦਕੋਟ ਦੀ ਫਿਰੋਜ਼ਸ਼ਾਹ ਮੰਡੀ ਤੋਂ 5-7 ਦਿਨ ਪਹਿਲਾਂ ਕਿਸਾਨ ਦੋਸਤ ਮੇਰੇ ਕੋਲੇ ਗਏ, 12,600 ਬੋਰੀਆਂ ਦੀ ਠੱਗੀ ਵੱਜੀ, ਕਿਸੇ ਨੇ ਨਹੀਂ ਉਹਨਾਂ ਦੀ ਗੱਲ ਸੁਣੀ ਤੇ ਲੁਧਿਆਣੇ ਪਹੁੰਚੇ ਤੇ ਉਹ ਮਸਲਾ ਟੇਕਅਪ ਕੀਤਾ ਫੂਡ ਸੈਕਟਰੀ ਦੇ ਨਾਲ। 68 ਲੱਖ ਰੁਪਈਆ ਇੱਕ ਵੀ ਦਾਣਾ, 2 ਆੜਤੀਆਂ ਨੇ ਬੋਗਸ ਐਂਟਰੀ ਪਈ 12,600 ਦੀ, ਇੱਕ ਵੀ ਦਾਣਾ ਸਰਕਾਰੀ ਗੋਦਾਮ ਦੇ ਵਿੱਚ ਨਹੀਂ ਤੇ 68 ਲੱਖ ਰੁਪਈਆ ਪੇਮੈਂਟ ਸਰਕਾਰ ਨੇ ਉਹਨਾਂ ਨੂੰ ਕਰਤੀ, ਸਰਕਾਰੀ ਅਧਿਕਾਰੀ ਪੇਮੈਂਟ ਵਾਪਸ ਹੋਈ ਹੈ। ਇੰਸਪੈਕਟਰ ਸਸਪੈਂਡ ਹੋਇਆ। ਬੁੱਧਵਾਰ ਤੱਕ ਆੜਤੀਆਂ ਤੇ ਔਰ ਇੰਸਪੈਕਟਰ ਦੇ ਉੱਤੇ FIR ਦਰਜ ਹੋਏਗੀ। ਮਤਲਬ ਕਿ ਇੱਕ ਐਗਜ਼ਾਮਪਲ ਸੈੱਟ ਕਰਨੀ ਹੈ। ਮੈਂ ਫੇਰ ਇਹ ਕਹੂੰਗਾ ਵੀ ਲੋਕਲ ਨੁਮਾਇੰਦੇ ਕਿੱਥੇ ਹੈ? ਲੋਕਲ MP MLA ਸਵਾਨ ਕਿੱਥੇ ਹੈਗੇ ਆ? ਸਰਕਾਰ ਕਿੱਥੇ ਹੈਗੀ ਆ? ਇਹ ਸਰਕਾਰਾਂ ਦਾ ਕੰਮ ਪੱਥਰਾਂ ਦੇ ਆਲੇ ਦੁਆਲੇ ਖੜ ਕੇ ਸੀਵਰੇਜ ਸੜਕਾਂ ਦੇ ਉਦਘਾਟਨ ਕਰਨਾ? ਇਹ ਤਾਂ ਲੋਕ ਟੈਕਸ ਦਿੰਦੇ ਆ, ਤੁਸੀਂ ਕੋਈ ਆਸਾਨ ਥੋੜੀ ਕਰਦੇ ਹੋ। ਇਹ ਤਾਂ ਲੋਕਾਂ ਦੇ ਟੈਕਸਾਂ ਦੇ ਵਿੱਚੋਂ ਬਣਦੇ ਆ, ਤੁਸੀਂ ਆਪਣੀ ਪਾਕਟ 'ਚ ਥੋੜੀ ਬਣਾਉਂਦੇ ਹੋ। ਅਸਲ ਦੇ ਵਿੱਚ ਨੁਮਾਇੰਦਿਆਂ ਦਾ ਤੇ ਸਰਕਾਰ ਦਾ ਫਰਜ਼ ਗਵਰਨਮੈਂਟ ਗੁੱਡ ਗਵਰਨੈਂਸ, ਸਰਕਾਰ ਦਾ ਮਤਲਬ ਚੰਗਾ ਰਾਜ ਲੋਕਾਂ ਨੂੰ ਦੇਣਾ। ਜਿਹੜੀ ਕਰਪਸ਼ਨ ਦੀ ਚੱਕੀ ਸਰਕਾਰੀ ਦਫ਼ਤਰਾਂ ਦੇ ਵਿੱਚ ਚੱਲਦੀ ਹੈ ਉਹਨੂੰ ਰੋਕਣਾ, ਇੱਜ਼ਤ ਦੇ ਨਾਲ ਸਮਾਂ ਸੀਮਾ ਵੱਧ ਬਿਨਾਂ ਰਿਸ਼ਵਤ ਤੋਂ ਲੋਕਾਂ ਦੇ ਕੰਮ ਕਰਾਉਣ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਹੁੰਦੀ ਹੈ। ਸਰਕਾਰ ਬੈਂਸ ਤੁਰਦਾ ਕਹਿੰਦੇ ਤੇ FIR ਦਿਓ, ਇਹਨੂੰ ਉਲਝਾਓ ਚੰਗੀ ਤਰ੍ਹਾਂ, ਇਹਦੇ ਸਾਥੀਆਂ ਨੂੰ ਉਲਝਾਓ। ਸੋ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਕੋਈ ਡਰ ਨਹੀਂ ਸਮੇਂ ਦੀ ਹਕੂਮਤ ਦੀ ਹੱਥ ਟੋਕਾ ਬਣੀ ਪੁਲਿਸ, ਜਿਹੜੀ ਪੋਲੀਟੀਕਲ ਵੰਡਾਟੇ ਦੇ ਤਹਿਤ FIRਾਂ ਦਿੰਦੀ ਹੈ। ਕੋਈ ਡਰ ਨਹੀਂ ਥਾਣੇ ਦੀ ਹਵਾਲਾਤ ਦਾ, ਕੋਈ ਡਰ ਨਹੀਂ ਜੇਲ੍ਹ ਦਾ। ਚੰਗੇ ਕੰਮ ਵਾਸਤੇ ਜੇਲ੍ਹ ਮਿਲੇ ਤੇ ਜੇਲ੍ਹ ਨਾਨਕੇ ਪਿੰਡ ਡਰ ਗਈ, ਕੋਈ ਫਿਕਰ ਨਹੀਂ। ਫਿਰ ਉੱਥੇ ਵੀ ਇਨਕਲਾਬ ਜਿੰਦਾਬਾਦ ਬੋਲ। ਬਹਿਸ ਦੇਖਦੇ ਹੋਏ ਤੁਸੀਂ ਕੀ ਮੰਨਦੇ ਹੋ ਵੀ ਉਹਨਾਂ ਦਾ ਫੈਸਲਾ ਜਾਂ ਤੁਹਾਡੀ ਨਿੱਜੀ ਰਾਏ ਇਹਦੇ ਇਹ ਤੁਸੀਂ ਜੇ ਆਮ ਆਦਮੀ ਪਾਰਟੀ ਦੇ ਕਿਸੇ ਲੀਡਰ ਤੋਂ ਇਹ ਸਵਾਲ ਕਰੋ ਤੇ ਬੜਾ ਚੰਗਾ ਹੋਊਗਾ, ਕਿਉਂਕਿ ਆਮ ਆਦਮੀ ਪਾਰਟੀ ਇੱਕ ਵਾਰੀ ਸਰਕਾਰ ਕਾਂਗਰਸ ਦੇ ਸਹਾਰੇ ਤੇ ਦਿੱਲੀ ਦੇ ਵਿੱਚ ਪਹਿਲਾਂ ਵੀ ਬਣਾ ਚੁੱਕੀ ਹੈ। ਮੈਂ ਇੰਨੀ ਗੱਲ ਹੀ ਕਹਾਂਗਾ ਕਿ ਉਹਨਾਂ ਕੋਲੇ ਪਾਸਟ ਐਕਸਪੀਰੀਅੰਸ ਹੈਗਾ। ਤੇ ਇਹ ਸਵਾਲ ਕਿਸੇ ਆਮ ਆਦਮੀ ਪਾਰਟੀ ਦੇ ਨੇਤਾ ਨੂੰ ਪੁੱਛੋ ਤੇ ਉਹ ਬੈਟਰ ਤੁਹਾਨੂੰ ਇਹਦਾ ਜਵਾਬ ਦੇਵੇਗਾ। ਅੱਛਾ, ਇੱਕ GST ਸਿਰਫ ਤੇ ਸਿਰਫ ਹਾਥੀ ਦੇ ਦੰਦ ਖਾਣ ਵਾਲੇ ਹੋਰ ਤੇ ਦਿਖਾਉਣ ਵਾਲੇ ਹੋਰ। ਪੰਜਾਬ ਵਿਧਾਨ ਸਭਾ ਦੇ ਅੰਦਰ ਵਿਰੋਧੀ ਧਿਰ ਵੱਲੋਂ ਜਦੋਂ GST ਦਾ ਮੁੱਦਾ ਸਰਕਾਰ ਦੇ ਸਾਹਮਣੇ ਚੱਕਿਆ ਤੇ ਸਰਕਾਰ ਨੇ ਉਹ ਗੱਲ ਮੰਨ ਕੇ ਆਪਣੇ ਹਿੱਸੇ ਦਾ GST ਖਤਮ ਕੀਤਾ ਗੁਰੂ ਰਾਮਦਾਸ ਲੰਗਰ ਤੋਂ। ਤੇ ਹੁਣ ਕੀ ਹੋਇਆ? ਹੁਣ ਇਹਨਾਂ ਗੱਲਾਂ ਦੇ ਆਉਣ ਤੋਂ ਬਾਅਦ ਇਹਨਾਂ ਨੇ ਕੀ ਕਰਾਇਆ? ਜਾ ਕੇ ਕਹਿੰਦੇ ਜੀ ਪਹਿਲਾਂ ਗੁਰੂ ਰਾਮਦਾਸ ਲੰਗਰ ਤੋਂ GST ਲਵਾਂਗੇ, ਸਾਰੀ ਰਕਮ ਕੇਂਦਰ ਸਰਕਾਰ ਕੋਲੇ ਜਾਊਗੀ, ਫਿਰ ਉੱਥੋਂ ਵਾਪਸ ਗੁਰੂ ਰਾਮਦਾਸ ਲੰਗਰ ਦੇ ਉੱਤੇ ਇੱਕ ਅਹਿਸਾਨ ਕੀਤਾ ਗੁਰੂ ਦੇ ਉੱਤੇ। ਤੇ ਮੈਂ ਅੱਜ ਇਹ ਹਰਸਿਮਰਤ ਕੌਰ ਬਾਦਲ ਤੇ ਬਾਦਲ ਪਰਿਵਾਰ ਨੂੰ ਇਹ ਚੇਤਾਵਨੀ ਦੇਵਾਂ ਕਿ ਤੁਸੀਂ ਗੁਰੂ ਦੇ ਉੱਤੇ ਅਹਿਸਾਨ ਕਰ ਰਹੇ ਹੋ। ਤੁਹਾਨੂੰ ਪਹਿਲਾਂ ਹੀ ਬੜੀ ਵੱਡੀ ਸਜ਼ਾ ਲੋਕਾਂ ਨੇ ਦਿੱਤੀ ਹੈ। 60 MLA ਸੀ ਤੇ ਅੱਜ ਤੁਸੀਂ 14 ਰਹਿ ਗਏ। ਜਾਓ, ਜਾ ਕੇ ਅਸਤੀਫਾ ਦਿਓ, ਜਾ ਕੇ ਦਬਾਅ ਪਾਓ ਕੇਂਦਰ ਦੇ ਉੱਤੇ ਵੀ ਅਸੀਂ ਇੱਕ ਨਵਾਂ ਪੈਸਾ GST ਦਾ ਨਹੀਂ ਦੇਣਾ। ਵਾਪਸ ਕਿਉਂ ਲਵਾਂਗੇ? ਦੇਣਾ ਹੀ ਨਹੀਂ ਗਾ ਅਸੀਂ। ਛੱਡੋ ਆਪਣੇ ਲੋਭ ਤੇ ਲਾਲਚ, ਕੁਰਸੀਆਂ ਛੱਡ ਕੇ
ਆਓ ਵਾਪਸ ਪੰਜਾਬ ਦੇ ਵਿੱਚ। ਅੱਛਾ, ਕਿਸਾਨ ਸੜਕਾਂ ਤੇ ਹੈਗੇ ਜੀ। ਮੈਂ ਉਹ ਸਾਡੀ ਪਾਰਟੀ ਕਰਦੀ ਹੈ। ਕਿਸਾਨ ਦਾ ਗੰਨੇ ਦਾ, ਕਣਕ ਦਾ, ਚੌਲਾਂ ਦਾ ਰੇਟ ਫਿਕਸ ਹੋ ਸਕਦਾ, ਸਬਜ਼ੀਆਂ ਦਾ ਕਿਉਂ ਨਹੀਂ ਹੋ ਸਕਦਾ? ਸ਼ਿਮਲਾ ਮਿਰਚ, ਲਸਣ ਦੀ ਫਸਲ ਜਿਹੜੀ ਆ ਤਬਾਹ ਹੋ ਗਈ ਪੰਜਾਬ ਦੇ ਵਿੱਚ, ਕਿਸਾਨਾਂ ਨੇ ਵਾਹਤੀ ਹੋ। ਜੇ ਉਹਦਾ ਰੇਟ ਇਹ ਕਹਿੰਦੀ ਸਟੇਟ ਗਵਰਨਮੈਂਟ ਵੀ ਲਾਅ ਸੀ ਸ਼ਿਮਲਾ ਮਿਰਚ ਦਾ ਰੇਟ 20 ਰੁਪਏ ਕਰਤਾ, 19 ਰੁਪਏ 99 ਪੈਸੇ ਨਹੀਂ ਹੋ। ਨੈਸ਼ਨਲ ਮੰਡੀ ਦੇ ਵਿੱਚ ਜੇ ਰੇਟ ਵੱਧ ਗਏ ਤੇ ਕਿਸਾਨ ਵੀਰੋ ਤੁਹਾਡੀ ਕਿਸਮਤ ਹੈਗੀ, ਪਰ 20 ਤੋਂ 19 ਰੁਪਏ 99 ਪੈਸੇ ਨਹੀਂ ਹੋਊਗਾ। ਕਿਸਾਨ ਜਾਏਗਾ ਕਿੱਥੇ? ਅਸੀਂ ਸਪੋਰਟ ਕਰਦੇ ਹਾਂ, ਪਰ ਕਿਸਾਨ ਨੇਤਾਵਾਂ ਨੂੰ, ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਖਾਣ ਪੀਣ ਵਾਲੀ ਵਸਤੂ ਦਾ ਨਿਰਾਦਰ ਨਾ ਕਰਿਓ, ਉਹਨੂੰ ਸੜਕ ਤੇ ਨਾ ਡੋਲਿਓ, ਉਹਨੂੰ ਸੜਕ ਤੇ ਸਿੱਟ ਕੇ ਤਬਾਹ ਨਾ ਕਰਿਓ। ਕਿਸੇ ਮੰਦਿਰ ਗੁਰਦੁਆਰੇ, ਕਿਸੇ ਲੰਗਰ ਦੇ ਵਿੱਚ ਉਹਦਾ ਜਾ ਕੇ ਪਾ ਦਿਓ, ਸਬਜ਼ੀ ਪਾ ਦਿਓ, ਦੁੱਧ ਪਾ ਦਿਓ। ਪਰ ਇਸ ਸੰਘਰਸ਼ ਵਾਸਤੇ ਅਸੀਂ ਸਾਰੇ ਕਿਸਾਨ ਨੂੰ ਬਚਾਉਣ ਵਾਸਤੇ ਕਿਸਾਨ ਦੇ ਨਾਲ ਖੜੇ। ਇੱਕ ਸ਼ਾਹਕੋਟ ਦੇ ਜਿਮਨੀ ਚੋਣ ਦੇ ਕਾਂਗਰਸ 20 ਸਾਲ ਅਕਾਲੀ ਦਲ ਜਿਹੜਾ ਰਾਜ ਕਰਦਾ ਰਿਹਾ, ਉਹਨੇ ਕਾਂਗਰਸ ਜਿਤਾਈ ਹੈ ਛੋਟੇ ਵੀਰ। ਨਥਾ ਸਿੰਘ ਤੇ ਪ੍ਰੇਮ ਸਿੰਘ ਇੱਕੋ ਹੀ ਚੀਜ਼ ਆ। ਬਾਦਲ ਚਾਹੁੰਦੇ ਆ ਵੀ ਕੈਪਟਨ ਅਮਰਿੰਦਰ ਦੀ ਕੁਰਸੀ ਮਜ਼ਬੂਤ ਰਵੇ। ਕੈਪਟਨ ਅਮਰਿੰਦਰ ਦੀ ਕੁਰਸੀ ਜਿੱਦਣ ਖਤਰੇ 'ਚ ਪੈ ਗਈ ਨਾ, ਕੈਪਟਨ ਦੀ ਜਗ੍ਹਾ ਤੇ ਕੋਈ ਕਾਂਗਰਸ ਦੇ ਵਿੱਚੋਂ ਦੂਜਾ ਮੁੱਖ ਮੰਤਰੀ ਬਣ ਗਿਆ ਤੇ ਬਾਦਲਾਂ ਦਾ ਕਾਊਂਟਡਾਊਨ ਸਟਾਰਟ ਹੋ ਜਾਣਾ, ਪੁੱਠੀ ਗਿਣਤੀ ਸ਼ੁਰੂ ਹੋ ਜਾਣੀ ਹੈ। ਆਪਣੀ ਪੁੱਠੀ ਗਿਣਤੀ ਰੋਕਣ ਵਾਸਤੇ ਕੈਪਟਨ ਅਮਰਿੰਦਰ ਨੂੰ ਜਿਤਾਉਣਾ ਬਾਦਲਾਂ ਦੀ ਮਜਬੂਰੀ ਆ। ਬਾਈ ਇਲੈਕਸ਼ਨ ਗੁਰਦਾਸਪੁਰ MP ਪਹਿਲੀ ਉਹ ਜਿਤਾਈ ਤੇ ਦੂਜੀ ਜਿਤਾਈ ਸ਼ਾਹਕੋਟ। ਮੈਂ ਅੱਜ ਤੋਂ 25 ਦਿਨ ਪਹਿਲਾਂ DWD ਦੇ ਵਿੱਚ ਕਹਿਤਾ ਸੀ ਵੀ ਇਹ ਬਾਦਲਾਂ ਦੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸੰਧੀ ਆ। ਕੈਪਟਨ ਦੀ ਕੁਰਸੀ ਮਜ਼ਬੂਤ ਕਰਨ ਵਾਸਤੇ ਬਾਦਲ ਅਕਾਲੀ ਦਲ ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸੀ ਉਮੀਦਵਾਰ ਜਿਤਾਏਗਾ ਹੀ ਜਿਤਾਏਗਾ। ਇਸ ਕਰਕੇ 21 ਸਾਲ ਰਾਜ ਕਰਨ ਵਾਲੇ ਲੋਕਾਂ ਨੇ ਇਹ ਸੀਟ ਕਾਂਗਰਸ ਨੂੰ ਜਿਤਾਈ ਆ ਅਕਾਲੀ ਦਲ ਜਾਣ ਕੇ। ਬਿਲਕੁਲ। ਅੱਛਾ, ਇੱਕ ਐਂ ਦੱਸ ਦਿਓ ਵੀ ਸੀਟਾਂ ਵਿੱਚ 13 ਦੇ 13 ਵਿੱਚ ਜਾਂ ਕਿਸੇ ਨਾਲ ਸਮਝੌਤਾ ਕਰੂਗੀ? ਚੰਗੇ ਇਮਾਨਦਾਰ ਵਿਚਾਰ, ਚੰਗੇ ਸਟੇਟ ਪ੍ਰਸਤ ਵਿਚਾਰ ਜਿੰਨੀ ਦੇਰ ਤੱਕ ਪਾਵਰ 'ਚ ਨਹੀਂ ਆਉਣਗੇ ਤੇ ਉਹ ਹਸੀਨ ਸੁਪਨੇ ਬਣਨਗੇ। ਦੋਸਤੋ ਜ਼ਰੂਰ ਲੜਾਂਗੇ। 2019 ਦਾ ਜਿਹੜਾ MP ਦਾ ਮਹਾਂ ਸੰਗਰਾਮ ਆ ਰਿਹਾ, ਦੇਸ਼ ਦੀ ਇਲੈਕਸ਼ਨ ਆ ਰਹੀ ਹੈ, ਚੰਗੇ ਪੰਜਾਬ ਦੇ ਹਤੈਸ਼ੀ ਲੋਕਾਂ ਨੂੰ ਨਾਲ ਲੈ ਕੇ ਉਹ MP ਦੀ ਇਲੈਕਸ਼ਨ ਪੂਰੇ ਪੰਜਾਬ ਦੇ ਅੰਦਰ ਲੜਾਂਗੇ। ਮਾਨ ਸਾਹਿਬ ਤੁਸੀਂ ਲੜੋਗੇ ਜੀ? ਇਹ ਸਮਾਂ ਆਉਣ ਦੀਆਂ ਗੱਲਾਂ ਨੇ, ਹਜੇ ਬੜਾ ਸਮਾਂ ਪਿਆ, ਸਾਲ ਦੇ ਕਰੀਬ ਸਮਾਂ ਬਾਕੀ ਪਿਆ, ਇਹ ਸਮਾਂ ਆਉਣ।